मैं हां बलविंदर सिंह बिरबानी ते तुसीं वेख रहे हो साडा खास प्रोग्राम नजरिया श्री गुरु ग्रंथ साहब जी। जी हां, 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਠੀ ਕੀਤੀ ਗਈ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸਦੇ ਨਾਮ ਜਪਣ ਦੇ ਕਾਰਨਾਂ ਦਾ ਵਰਣਨ ਕਰਦਾ ਹੈ। ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ ਇੱਕ ਸਦੀਵੀ ਸ਼ਬਦ ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਵੀ ਹੈ। ਅਰਦਾਸ ਦੇ ਸਰੋਤ ਜਾਂ ਫਿਰ ਮਾਰਗਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਦਨਾ ਅਤੇ ਫਿਰ ਭਗਤੀ ਦਾ ਕੇਂਦਰੀ ਧੁਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਫਿਰ ਬਹੁਤ ਸਾਰੀਆਂ ਬੋਲੀਆਂ ਅਤੇ ਫਿਰ ਉਪ ਬੋਲੀਆਂ ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜੀ ਬੋਲੀ, ਸੰਸਕ੍ਰਿਤ ਅਤੇ ਫਾਰਸੀ ਕਈ ਵਾਰ ਜਿਨ੍ਹਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ ਇਸ ਵਿੱਚ ਦਰਜ ਨੇ। ਗੁਰੂ ਦੀ ਬਾਣੀ ਨੂੰ ਸਮਝਣ ਅਤੇ ਸਮਝਾਉਣ ਲਈ ਅੱਜ ਕਈ ਕਥਾਵਾਚਕ ਸਾਡੀ ਮਦਦ ਕਰਦੇ ਨੇ। ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਕਥਾਵਾਚਕਾਂ ਨੂੰ ਖਾਸ ਸਮਾਂ ਦਿੱਤਾ ਜਾਂਦਾ ਹੈ ਜਿਸ ਦੌਰਾਨ ਉਹਨਾਂ ਵੱਲੋਂ ਗੁਰੂ ਦੀ ਬਾਣੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸ਼ਰਧਾਲੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੀ ਤੁਸੀਂ ਕਦੇ ਸੋਚਿਆ ਕਿ ਜੇ ਇਹ ਕਥਾਵਾਚਕ ਸਾਡੀ ਜ਼ਿੰਦਗੀ ਵਿੱਚ ਨਾ ਹੁੰਦੇ ਤਾਂ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਕੌਣ ਸਮਝਾਉਂਦਾ? ਅੱਜ ਹਰ ਕਥਾਵਾਚਕ ਆਪੋ ਆਪਣੇ ਨਜ਼ਰੀਏ ਨਾਲ ਗੁਰੂ ਦੀ ਬਾਣੀ ਨੂੰ ਵੇਖਦਾ ਹੈ। ਵੱਖ-ਵੱਖ ਚੈਨਲਸ ਅਤੇ ਫਿਰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਵੀ ਕਥਾਵਾਚਕ ਸਾਡੇ ਘਰਾਂ ਤੱਕ ਪਹੁੰਚਦੇ ਨੇ ਅਤੇ ਫਿਰ ਹੁਣ ਇੱਕ ਨਿਵੇਕਲਾ ਤੇ ਵਿਲੱਖਣ ਪ੍ਰੋਗਰਾਮ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਵੀ ਸ਼ੁਰੂ ਕੀਤਾ ਗਿਆ। ਨਾਮ ਹੈ ਸਾਹਿਬ ਕੀ ਬਾਤ ਬਾਈ ਖਾਲਸਾ ਜੀ। ਜੀ ਹਾਂ, ਇੱਕ ਵੱਖਰੇ ਅਤੇ ਸਰਲ ਤਰੀਕੇ ਨਾਲ ਕਿਸ ਤਰ੍ਹਾਂ ਗੁਰੂ ਦੀ ਬਾਣੀ ਨੂੰ ਸਮਝਿਆ ਜਾ ਸਕਦਾ ਹੈ, ਇਸੇ ਤੇ ਆਧਾਰਿਤ ਹੈ ਪ੍ਰੋਗਰਾਮ ਸਾਹਿਬ ਕੀ ਬਾਤ ਬਾਈ ਖਾਲਸਾ ਜੀ। ਅਤੇ ਫਿਰ ਇਸੇ ਪ੍ਰੋਗਰਾਮ ਦੇ ਜ਼ਰੀਏ ਖਾਲਸਾ ਜੀ ਸਿੱਧਾ ਜੁੜਦੇ ਨੇ ਸ਼ਰਧਾਲੂਆਂ ਦੇ ਨਾਲ ਅਤੇ ਫਿਰ ਅੱਜ ਸਾਡੇ ਇਸ ਖਾਸ ਪ੍ਰੋਗਰਾਮ ਨਜ਼ਰੀਆ ਨੂੰ ਵੀ ਚਾਰ ਚੰਨ ਲਗਾ ਰਹੇ ਨੇ ਖੁਦ ਖਾਲਸਾ ਜੀ। ਆਓ ਮਿਲ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਨਜ਼ਰੀਆ ਵਿੱਚ। ਖਾਲਸਾ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਨਜ਼ਰੀਆ ਵਿੱਚ ਅਤੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਇਸ ਪ੍ਰੋਗਰਾਮ ਦੇ ਜ਼ਰੀਏ ਦੇ ਰਹੇ ਹੋ। ਸਭ ਤੋਂ ਪਹਿਲੇ ਸਾਹਿਬ ਪਿਤਾ ਇਸ ਕਲਗੀਆਂ ਵਾਲੇ ਮਹਾਨ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ। ਆਪ ਜੀਆਂ ਨੂੰ, ਦੂਰ ਦਰਿੰਡੇ ਵਸਦੀਆਂ ਸਭ ਸੰਗਤਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਗੇ ਸ਼ੁਰੂਆਤ ਕਰਾਂਗੇ। ਕੁਝ ਸਵਾਲ ਜ਼ਰੂਰ ਮੈਂ ਤੁਹਾਡੇ ਤੋਂ ਲੈਣਾ ਚਾਹਾਂਗਾ ਕਿਉਂਕਿ ਇਸ ਪ੍ਰੋਗਰਾਮ ਦੇ ਜ਼ਰੀਏ ਕਈ ਲੋਕਾਂ ਦੇ ਮਨਾਂ ਵਿੱਚ ਸਵਾਲ ਹੁੰਦੇ ਨੇ ਔਰ ਉਹਨਾਂ ਸਵਾਲਾਂ ਨੂੰ ਹੀ ਤੁਹਾਡੇ ਸਾਹਮਣੇ ਅਸੀਂ ਰੱਖਣ ਦੀ ਕੋਸ਼ਿਸ਼ ਕਰਾਂਗੇ ਔਰ ਚਾਹਾਂਗੇ ਕਿ ਤੁਸੀਂ ਆਪਣੇ ਗਿਆਨ ਨਾਲ, ਆਪਣੇ ਤਜਰਬੇ ਨਾਲ ਉਹਨਾਂ ਸਵਾਲਾਂ ਦੇ ਸਾਨੂੰ ਜਵਾਬ ਜ਼ਰੂਰ ਦਿਓ ਕਿਉਂਕਿ ਇੱਕ ਚਾਨਣ ਬਣਾਉਣਾ ਬੜਾ ਬਹੁਤ ਜ਼ਰੂਰੀ ਹੁੰਦਾ ਹੈ ਲੋਕਾਂ ਦੇ ਲਈ। ਔਰ ਖਾਲਸਾ ਜੀ, ਲੋਕਾਂ ਨੂੰ ਲੱਗਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਜੋ ਬਾਣੀ ਨੂੰ ਸਮਝਣਾ ਬੇहद ਔਖਾ ਹੈ ਕਿਉਂਕਿ ਜੋ ਸ਼ਬਦਾਵਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਸ਼ਬਦਾਵਲੀ ਆਮ ਬੋਲਣ ਵਿੱਚ ਇਸਤੇਮਾਲ ਨਹੀਂ ਕਰਦੇ, ਪਰ ਕਥਾਵਾਚਕ ਗੁਰੂ ਦੀ ਬਾਣੀ ਨੂੰ ਬੜੀ ਹੀ ਆਸਾਨੀ ਨਾਲ, ਬੜੇ ਹੀ ਸੌਖੇ ਤਰੀਕੇ ਨਾਲ ਸਿਰਫ ਪੜ੍ਹਦੇ ਹੀ ਨਹੀਂ ਬਲਕਿ ਸਮਝਾਉਂਦੇ ਵੀ ਨੇ। ਤੁਹਾਡਾ ਕੀ ਨਜ਼ਰੀਆ ਇਸ ਬਾਰੇ ਕਿ ਵਾਕਈ ਹੀ ਇੱਕ ਆਮ ਵਿਅਕਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਸਮਝਣਾ ਔਖਾ ਹੈ ਜਾਂ ਨਹੀਂ? ਤੁਸੀਂ ਕੀ ਸੋਚਦੇ ਹੋ? ਅਸੀਂ ਤੇ ਇਹੋ ਸੋਚਦੇ ਹਾਂ ਕਿ ਜੇ ਮਨੁੱਖ ਦੀ ਜ਼ਰੂਰਤ ਬਣ ਜਾਵੇ, ਜੇ ਮਨੁੱਖ ਦੀ ਚਾਹਤ ਹੋ ਜਾਵੇ, ਮਨੁੱਖ ਦਾ ਇਸ਼ਕ ਹੋ ਜਾਵੇ ਤਾਂ ਫਿਰ ਕੁਝ ਵੀ ਔਖਾ ਨਹੀਂ ਹੈ। ਅੱਜ ਇਹ ਬਾਤ ਕਹਿਣੀ ਕਿ ਕਿਸੇ ਵਾਸਤੇ ਔਖਾ ਹੈ ਆਪਣੇ ਪ੍ਰੀਤਮ ਨਾਲ ਬਾਤ ਕਰਨਾ, ਆਪਣੇ ਪਿਆਰੇ ਨਾਲ ਗੱਲ ਕਰਨਾ, ਆਪਣੇ ਪਿਆਰੇ ਦੇ ਮਿੱਠੜੇ ਬੋਲਾਂ ਨੂੰ ਸਮਝਣਾ, ਆਪਣੇ ਪਿਆਰੇ ਦੀ ਰੂਹਾਨੀਅਤ ਨੂੰ ਹਿਰਦੇ ਵਿੱਚ ਭਰ ਲੈਣਾ, ਤਾਂ ਇਹ ਗਲਤ ਬਾਤ ਹੋਏਗੀ ਕਿਉਂਕਿ ਇਹ ਬਾਤ ਸਾਨੂੰ ਸਹੀ ਨਹੀਂ ਜਾਪਦੀ। ਪੰਜਾਬੀ ਲੋਕ ਜਿਹੜੇ ਨੇ ਉਹ ਪੰਜਾਬ 'ਚ ਰਹਿੰਦੇ, ਇੰਗਲਿਸ਼ ਆਉਂਦੀ ਨਹੀਂ, ਸਭ ਤੋਂ ਵੱਡਾ ਉਹਨਾਂ ਵਾਸਤੇ ਹਊਆ ਹੁੰਦਾ ਇੰਗਲਿਸ਼। ਉਹ ਇਹਨਾਂ ਦੇਸ਼ਾਂ ਅਮਰੀਕਾ, ਕੈਨੇਡਾ 'ਚ ਆ ਕੇ ਇੰਗਲਿਸ਼ ਨੂੰ ਬੋਲਣਾ ਸਿੱਖ ਲੈਂਦੇ। ਜਦੋਂ ਉਹ ਕਿਸੇ ਦੂਜੇ ਦੀ ਭਾਸ਼ਾ ਨੂੰ ਸਿੱਖ ਲੈਂਦੇ ਤੇ ਆਪਣੇ ਗੁਰੂ ਦੀ ਭਾਸ਼ਾ ਨੂੰ ਕਿਉਂ ਨਹੀਂ ਸਿੱਖ ਸਕਦੇ ਭਾਈ? ਬਸ ਇੰਨਾ ਹੈ ਕਿ ਉਹਨਾਂ ਨੇ ਅਜੇ ਪਿਆਰੇ ਨਾਲ ਬਾਤ ਕਰਨ ਵਾਲਾ ਇਸ਼ਕ ਨਹੀਂ ਜਗਾਇਆ,
ਅਜੇ ਉਹ ਰੰਗ ਨਹੀਂ ਜਗਾਇਆ। ਜਿਸ ਦਿਨ ਜਾਗੇਗਾ ਉਸ ਦਿਨ ਤੇ ਦੇਖੋ ਜਿਹੜੇ ਇੱਥੇ ਅਮਰੀਕਨ ਮੂਲ ਦੇ ਸਿੱਖ ਨੇ, ਜਿਨ੍ਹਾਂ ਨੂੰ ਅਮਰੀਕਨ ਸਿੱਖ ਕਿਹਾ ਜਾਂਦਾ ਹੈ ਜਾਂ ਗੋਰੇ ਨੇ, ਉਹ ਵੀ ਪੰਜਾਬੀ ਸਿੱਖ ਲੈਂਦੇ, ਉਹਨਾਂ ਦੇ ਬੱਚੇ ਤੱਕ ਪੰਜਾਬੀ ਸਿੱਖਦੇ ਨੇ। ਇਹ ਸਾਡੀ ਅੰਦਰ ਦੀ ਬਿਰਤੀ ਤੇ, ਸਾਡੀ ਇੱਛਾ ਤੇ, ਸਾਡੇ ਇਸ਼ਕ ਤੇ, ਸਾਡੀ ਪ੍ਰੀਤ ਤੇ, ਉਸ ਕਲਗੀਆਂ ਵਾਲੇ ਦੀਆਂ ਕੁਰਬਾਨੀਆਂ ਨੂੰ ਸਾਨੂੰ ਲੱਗਦਾ ਹੈ ਇੰਨਾ ਕੁ ਸਤਿਕਾਰ ਤੇ ਸਾਨੂੰ ਦੇਣਾ ਚਾਹੀਦਾ ਕਿ ਕਮ ਸੇ ਕਮ ਉਹਦੇ ਮਿੱਠੜੇ ਬੋਲਾਂ ਨੂੰ ਬਹਿ ਕੇ ਉਹਦੇ ਨਾਲ ਬਾਤ ਕੀਤੀ ਜਾਵੇ, ਉਹਨੂੰ ਹਿਰਦੇ 'ਚ ਧਾਰਨ ਕੀਤਾ ਜਾਵੇ, ਉਹਦੇ ਅਨੁਸਾਰ ਜੀਵਨ ਨੂੰ ਜੀਵਿਆ ਜਾਵੇ। ਉੱਦਾਂ ਇੰਨੇ ਸਮਾਗਮ ਮਨਾਉਣੇ, ਇੰਨਾ ਕੁਝ ਕਰਨ ਦਾ ਸਭ ਵਿਅਰਥ ਹੋ ਜਾਂਦਾ ਜੇ ਅਸੀਂ ਸਤਿਗੁਰੂ ਪਿਤਾ ਦੀ ਬਾਣੀ ਨੂੰ ਹੀ ਜਿਹੜਾ ਹੈ ਉਹ ਹਿਰਦੇ 'ਚ ਧਾਰਨ ਨਹੀਂ ਕਰਦੇ ਤੇ। ਜੀ ਬਿਲਕੁਲ। ਪਰ ਖਾਲਸਾ ਜੀ, ਹਰ ਇਨਸਾਨ ਚਾਹੁੰਦਾ ਹੈ ਕਿ ਉਹ ਹਰ ਦਿਨ ਪਾਠ ਪੂਜਾ ਜ਼ਰੂਰ ਕਰੇ, ਗੁਰੂ ਦੇ ਨਾਲ ਜੁੜੇ, ਗੁਰੂ ਸ਼ਬਦ ਦੇ ਨਾਲ ਜੁੜੇ। ਅਤੇ ਫਿਰ ਮਾਪਿਆਂ ਦੀ ਗੱਲ ਕਰੀਏ ਤਾਂ ਮਾਪੇ ਵੀ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਗੁਰੂ ਦੀ ਬਾਣੀ ਨਾਲ ਜੁੜਨ। ਕੋਸ਼ਿਸ਼ਾਂ ਵੀ ਹੁੰਦੀਆਂ ਰਹਿੰਦੀਆਂ ਨੇ, ਪਰ ਬੱਚਿਆਂ ਦੀ ਜਾਂ ਫਿਰ ਵੱਡਿਆਂ ਦੀ ਹਮੇਸ਼ਾ ਇੱਕੋ ਸ਼ਿਕਾਇਤ ਹਮੇਸ਼ਾ ਵੇਖੀ ਜਾਂਦੀ ਹੈ ਕਿ ਜਦੋਂ ਵੀ ਉਹ ਪਾਠ ਕਰਨਾ ਸ਼ੁਰੂ ਕਰਦੇ ਨੇ, ਉਹਨਾਂ ਨੂੰ ਨੀਂਦ ਬੜੀ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਉਹ ਬਾਣੀ ਨਾਲ ਜੁੜ ਨਹੀਂ ਪਾਉਂਦੇ। ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਸਮਝਾਓਗੇ? ਦੇਖੋ, ਸਭ ਤੋਂ ਪਹਿਲੇ ਤੇ ਸਾਨੂੰ ਜਿਹੜਾ ਹੈ ਉਹ ਜ਼ਿੰਦਗੀ ਦੇ ਕੁਝ ਰੰਗਾਂ ਨੂੰ ਸਮਝਣਾ ਪਏਗਾ। ਮਾਤਾ ਪਿਤਾ ਦੀ ਜਿਹੜੀ ਹੈ ਉਹ ਸਿਰਫ ਇੰਨੀ ਕੀ ਪਾਲਣਾ ਕਾਫੀ ਨਹੀਂ ਹੈ ਕਿ ਉਹ ਬੱਚੇ ਨੂੰ ਸੋਹਣੇ ਕੱਪੜੇ ਪਹਿਨਾ ਦੇਣ, ਸੋਹਣਾ ਭੋਜਨ ਛਕਾ ਦੇਣ, ਉਹਨੂੰ ਸੋਹਣੇ ਸਕੂਲਾਂ ਦੇ ਵਿੱਚ ਜਿਹੜਾ ਐਡਮਿਸ਼ਨ ਕਰਵਾ ਦੇਣ। ਉਹਦੇ ਵਾਸਤੇ ਉਹਦੀ ਬਾਡੀ ਜਿਹੜੀ, ਉਹਦਾ ਇਹ ਤਨ ਹੈ, ਜੋ ਦੇਹ ਜੋ ਸਤਿਗੁਰੂ ਨੇ ਬਖਸ਼ੀ ਹੈ, ਉਹਦੇ ਬਾਰੇ ਸਮਝਣਾ ਪਵੇਗਾ। ਉਹ ਸਮਝਣ ਵਾਸਤੇ ਸਤਿਗੁਰੂ ਇਨਫ ਨੇ। ਅਸੀਂ ਇੱਕ ਬਾਤ ਕਹਿੰਦੇ ਹਾਂ, ਜਦੋਂ ਅਸੀਂ ਕਾਲਜ ਯੂਨੀਵਰਸਿਟੀਆਂ 'ਚ ਪੜ੍ਹਦੇ ਸੀ ਨਾ, ਤੇ ਸਮਝਦੇ ਸੀ ਸਾਨੂੰ ਬੜੀ ਅਕਲ ਏ, ਬੜੀ ਸਮਝ ਏ। ਫਿਰ ਜਦੋਂ ਸਤਿਗੁਰੂ ਕੋ ਬੈਠੇ ਤੇ ਸਤਿਗੁਰੂ ਕਹਿੰਦੇ ਨਹੀਂ, ਗੁਰ ਬਿਨ ਘੋਰ ਅੰਧਾਰ ਏ, ਗੁਰੂ ਬਿਨ ਸਮਝ ਨਾ ਆਵੇ। ਇਹ ਸਮਝ ਨਹੀਂ ਆ ਸਕਦੀ। ਸਾਨੂੰ ਵੀ ਲੱਗਾ ਜਦੋਂ ਸਤਿਗੁਰੂ ਕੋ ਬਹਿਣਾ ਸ਼ੁਰੂ ਕੀਤਾ, ਤੇ ਜਦੋਂ ਸਤਿਗੁਰੂ ਆਪਣੇ ਮਿੱਠੜੇ ਹੁਕਮਾਂ ਰਾਹੀਂ ਸਮਝਾਉਂਦੇ ਨੇ ਨਾ ਕਿ ਜਿਹੜਾ ਇਸ ਨਾਮ ਨੂੰ ਮੰਨ ਲੈਂਦਾ ਏ, ਹਨਾ, ਸੁਣਦਾ ਏ ਬੜੀ ਰੀਝ ਦੇ ਨਾਲ, ਤੇ ਫਿਰ ਉਹ ਤਨ ਦੇ ਭੇਦ ਜਾਣ ਲੈਂਦਾ। ਤੇ ਤਨ ਦੇ ਭੇਦ ਕੀ ਨੇ? ਉਹ ਡਾਕਟਰਾਂ ਦੇ ਕੋਲ ਤੇ ਬਹੁਤ ਥੋੜੇ ਨੇ। ਹੁਣ ਆਪ ਜੀ ਨੂੰ ਇੱਕ ਮੋਟੀ ਜਿਹੀ ਬਾਤ ਸਮਝਾਉਂਦੇ ਆ ਕਿ ਨੀਂਦ ਆਉਂਦੀ ਕਿਉਂ, ਹੁੰਦਾ ਕੀ ਹੈ ਬੋਡੀ 'ਚ? ਇਹ ਜਿਹੜਾ ਸਤਿਗੁਰੂ ਨੇ ਦੇਹ ਬਖਸ਼ੀ, ਇਹਦੇ 'ਚ ਬੇਅੰਤ ਬਖਸ਼ਿਸ਼ਾਂ ਨੇ। ਇਹਦੇ 'ਚ ਹੁੰਦਾ ਕੀ ਹੈ? ਸਾਡਾ ਜਿਹੜਾ ਬ੍ਰੇਨ ਹੈ ਉਹ ਨਿਊਰੋਨਸ ਦਾ ਬਣਿਆ ਪਿਆ ਹੈ। ਸੈਲਸ ਨੇ ਜਿਨ੍ਹਾਂ ਨੂੰ ਨਿਊਰੋਨਸ ਕਹਿੰਦੇ ਨੇ, ਉਹਨਾਂ ਨੂੰ ਅੱਗੇ ਲੈ ਕੇ ਜਾਣ ਵਾਲੇ ਜਿਹੜੇ ਨੇ ਉਹ ਨਿਊਰੋ ਟ੍ਰਾਂਸਮੀਟਰਸ ਹੁੰਦੇ ਨੇ। ਉਹ ਮਸਲਸ ਤੇ, ਉਹ ਗਲੈਂਡਸ ਤੇ, ਉਹ ਨਿਊਰੋਨਸ ਤੋਂ ਨਿਊਰੋਨ ਵੀ ਚੱਲਦੇ ਨੇ। ਉਹਨਾਂ ਦਾ ਕੈਮੀਕਲਸ ਦਾ ਰਿਲੀਜ਼ ਹੋਣਾ ਹੀ ਸਾਡੀ ਜ਼ਿੰਦਗੀ 'ਚ ਖੁਸ਼ੀ, ਹਾਸਾ, ਸਾਉਣਾ, ਉਤਸ਼ਾਹ, ਉਤੇਜਨਾ ਸਭ ਕੁਝ ਲੈ ਕੇ ਆਉਂਦਾ। ਹੁਣ ਆਪ ਜੀ ਦੇਖੋਗੇ ਕਿ ਬੱਚੇ ਜਿਹੜੇ ਨੇ ਉਹ 3-3 ਘੰਟੇ ਜਿਹੜਾ ਹੈ ਉਹ ਮੂਵੀ ਤੇ ਦੇਖ ਲੈਂਦੇ, ਸਾਰਾ ਦਿਨ ਗੇਮਾਂ ਵੀਡੀਓ ਖੇਡ ਲੈਂਦੇ, ਪਰ ਸਤਿਗੁਰੂ ਦੀ ਬਾਣੀ ਅੱਧੇ ਘੰਟੇ 'ਚ ਹੀ ਸੌਣ ਲੱਗ ਪੈਂਦੇ। ਵਜ੍ਹਾ ਕੀ ਹੈ? ਅਸੀਂ ਕੁਝ ਚੀਜ਼ਾਂ ਭੁੱਲ ਗਏ ਹਾਂ। ਅਸੀਂ ਸਿਰਫ ਜ਼ੋਰ ਦਿੱਤਾ ਹੈ ਕਿ ਪਾਠ ਕਰੋ, ਪਰ ਪਾਠ ਕਰਨ ਦਾ ਉਹ ਰੰਗ, ਉਹ ਇਸ਼ਕ ਜਿਹੜਾ ਹੈ ਉਹ ਨਹੀਂ ਜਗਾਇਆ। ਜਿੱਥੇ ਜਿਹੜਾ ਹੈ ਸਾਡੀ ਬਾਡੀ ਆਪਣੇ ਆਪ ਵਰਕ ਕਰਦੀ ਹੈ, ਜਿੱਥੇ ਆਪਣੇ ਆਪ ਉਹ ਸਮਝ ਆਉਂਦੀ ਹੈ। ਹੁਣ ਇੱਕ ਮੋਟੀ ਜਿਹੀ ਬਾਤ ਆਪ ਜੀ ਨੂੰ ਦੱਸਦੇ ਹਾਂ ਕਿ ਟੋਟਲ ਜਿਹੜੇ ਨੇ ਨਾ, ਜਿਨ੍ਹਾਂ ਨੂੰ ਨਿਊਰੋ ਟ੍ਰਾਂਸਮੀਟਰਸ ਕਹਿੰਦੇ ਨੇ, ਲਗਭਗ 10-11 ਨੇ ਮੈਡੀਕਲ ਸਾਇੰਸ ਦੇ ਵਿੱਚ। ਇਹਦੇ ਚੋਂ ਜਿਹੜਾ ਗੈਬਾ ਹੈ, ਗਲਾਈਸੀਨ ਹੈ, ਡੋਪਾਮੀਨ ਹੈ, ਸੈਰੋਟੋਨਿਨ ਨੇ, ਇਹ ਸਾਰੇ ਰਿਲੈਕਸਿੰਗ ਕਹਿ ਲਓ ਕਿ ਨਿਊਰੋ ਟ੍ਰਾਂਸਮੀਟਰਸ ਨੇ। ਇਹ ਰਿਲੈਕਸ ਕਰਦੇ ਨੇ। ਹੁਣ ਕਿਸੇ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆਉਂਦੀ ਹੈ ਤੇ ਡਾਕਟਰ ਕੀ ਕਰਦੇ ਨੇ? ਸੈਰੋਟੋਨਿਨ ਦੀ ਜਿਹੜੀ ਉਹ ਕੰਟੀਨਿਊ ਰਿਲੀਜ਼ ਕਰਾਉਣਾ ਸ਼ੁਰੂ ਕਰ ਦਿੰਦੇ, ਮੈਡੀਸਨ ਦੇਣਾ ਸ਼ੁਰੂ ਕਰ ਦਿੰਦੇ। ਇਹਦੇ ਆਪੋਜ਼ਿਟ ਇਹ ਰਿਲੈਕਸ ਕਰਦੇ ਨੇ। ਇਹਦੇ ਆਪੋਜ਼ਿਟ ਜਿਹੜਾ ਇਹ ਗਲੂਟਾਮੇਟ, ਐਡਰੀਨਲ, ਨਾਈਟ੍ਰਿਕ ਆਕਸਾਈਡ, ਇਹ ਸਾਰੇ ਜਿਹੜੇ ਨੇ ਹਾਈਪਰ ਕਰਦੇ ਨੇ, ਐਕਸਾਈਟਡ ਕਰਦੇ ਨੇ, ਉਤੇਜਿਤ ਕਰਦੇ ਨੇ। ਜਦੋਂ ਅਸੀਂ ਮੂਵੀ ਦੇਖਦੇ ਹਾਂ ਉਦੋਂ ਵੀ ਡੋਪਾਮਿਨ ਰਿਲੀਜ਼ ਹੁੰਦਾ ਹੈ। ਜਦੋਂ ਅਸੀਂ ਕੋਈ ਗੇਮ ਖੇਡਦੇ ਹਾਂ ਉਦੋਂ ਵੀ ਡੋਪਾਮਿਨ ਰਿਲੀਜ਼ ਹੁੰਦਾ ਹੈ। ਜਦੋਂ ਅਸੀਂ ਕੋਈ ਜਿਹੜਾ ਹੈ ਸਪੋਜ਼ ਕਰੋ, ਪਰ ਜਿਹੜੀ ਅਸੀਂ ਬਾਹਰ ਐਕਟੀਵਿਟੀ ਕਰਦੇ ਹਾਂ, ਗੇਮ ਖੇਡਦੇ ਹਾਂ, ਉਹਦੇ ਵਿੱਚ ਕੀ ਹੁੰਦਾ ਹੈ ਕਿ ਬੈਲੈਂਸ ਚੱਲਦਾ ਹੈ ਹਾਰਮੋਨਸ ਦਾ। ਜਿਹੜਾ ਅਸੀਂ ਘਰ ਬਹਿ ਕੇ ਟੀਵੀ ਗਾੜੀ ਬਹਿਣਾ, ਕਿਉਂਕਿ ਕਰਨਾ ਕੁਝ ਨਹੀਂ ਹੈ, ਦੇ ਹੈਵ ਟੂ ਡੂ ਨਥਿੰਗ, ਜਸਟ ਸਿਟ ਔਨ ਦਾ ਕਾਊਚ ਐਂਡ ਰਿਲੈਕਸ, ਤੇ ਵਾਚ ਕਰੀ ਜਾਂਦੇ ਨੇ। ਉਹਦੇ ਨਾਲ ਕੀ ਹੁੰਦਾ? ਕੋਈ ਨਾ ਕੋਈ ਇੱਕ ਸਿਰਫ ਜਿਹੜਾ ਹੈ ਉਹ ਹਾਰਮੋਨਸ ਰਿਲੀਜ਼ ਹੋ ਰਿਹਾ, ਇੱਕ ਕੈਮੀਕਲ ਰਿਲੀਜ਼ ਹੋ ਰਿਹਾ, ਉਹ ਦੂਜਿਆਂ ਸਾਰਿਆਂ ਨੂੰ ਇੰਬੈਲੈਂਸ ਕਰ ਦਿੰਦਾ।
ਜਾਂ ਉਹ ਐਕਸਾਈਟ ਹੋਈ ਜਾ ਰਹੇ, ਉਹਨਾਂ ਨੂੰ ਚੰਗਾ ਤੇ ਲੱਗਦਾ ਕਿ ਐਕਸਾਈਟਮੈਂਟ ਹੈ। ਹੁਣ ਸ਼ਰਾਬ ਪੀਣ ਵਾਲੇ ਨੂੰ ਵੀ ਨਹੀਂ ਪਤਾ, ਉਹਦਾ ਵੀ ਸ਼ਰਾਬ ਪੀਣ ਦੇ ਨਾਲ ਡੋਪਾਮਾਈਨ ਰਿਲੀਜ਼ ਹੁੰਦਾ। ਪਰ ਅਸੀਂ ਅਜੇ ਤੱਕ ਇਹ ਨਹੀਂ ਸਮਝ ਪਾਏ ਕਿ ਗੁਰੂ ਪਿਤਾ ਦੇ ਨਾਲ ਉਹ ਇਸ਼ਕ ਕਰਨ ਨਾਲ ਵੀ ਇਹ ਸਾਰੇ ਰਿਲੀਜ਼ ਹੁੰਦੇ ਨੇ, ਪਰ ਉਹ ਬੈਲੈਂਸਡ ਨੇ। ਉਹ ਇੱਕ ਨੈਚੁਰਲ ਉਹਨਾਂ ਦੀ ਪ੍ਰਕਿਰਿਆ ਹੈ। ਉਹ ਜਿਹੜੀ ਖੁਰਾਕ ਅਸੀਂ ਅੰਦਰੋਂ ਲੈਣੀ ਸੀ, ਉਹਦੇ 'ਚ ਅੱਜ ਜਿਹੜੀ ਹੈ ਉਹ ਬੜੀ ਕਮੀ ਰਹਿ ਗਈ। ਇਸ ਕਰਕੇ ਤੁਸੀਂ ਦੇਖੋਗੇ ਜਿਹੜੇ ਡਿਪਰੈਸ਼ਨ ਦੇ ਬਹੁਤ ਜ਼ਿਆਦਾ ਮਰੀਜ਼ ਹੋਣਗੇ, ਸਾਈਕੈਟ੍ਰਿਕ ਜਿਹੜਾ ਸਿਸਟਮ ਹੈ ਉਹ ਸਾਰਾ ਵਿਗੜਿਆ ਪਿਆ ਹੈ। ਹਰ ਗਲੀ ਕੂਚੇ ਦੇ ਵਿੱਚ ਆਪ ਜੀ ਨੂੰ ਡਾਕਟਰ ਮਿਲੇਗਾ ਜਿਹੜਾ ਸਾਈਕੋਲੋਜੀ ਦਾ ਹੋਏਗਾ। ਬਿਲਕੁਲ ਜਿੰਨੀ ਦੇਰ ਤੱਕ ਜਿਹੜਾ ਹੈ ਉਸ ਰੰਗ ਤੱਕ ਅਸੀਂ ਬਾਣੀ ਦੇ ਨਾਲ ਨਹੀਂ ਸਾਂਝ ਪਾਉਂਦੇ ਕਿ ਸਾਡੇ ਅੰਦਰ ਦਾ ਜਿਹੜਾ ਉਹ ਰਿਲੀਜ਼ ਹੈ, ਜਿਹਨੂੰ ਸਤਿਗੁਰੂ ਅੰਮ੍ਰਿਓ ਚੱਲੇ ਝਰਨੇ ਵੀ ਕਹਿੰਦੇ ਨੇ, ਹਨਾ, ਉਨੀ ਦੇਰ ਤੱਕ ਇਹ issue ਰਹਿਣਗੇ ਕਿ ਨੀਂਦ ਆ ਗਈ, ਮੈਨੂੰ ਜਿਹੜਾ ਇਹ ਬੋਰ ਹੋ ਗਿਆ। ਹੁਣ ਬੋਰ ਹੋਣਾ ਕੀ ਹੈ? ਡੋਪਾਮਾਈਨ ਦਾ ਰਿਲੀਜ਼ ਨਾ ਹੋਣਾ ਬੋਰ ਹੋਣਾ ਹੈ। ਅਸੀਂ ਜਦੋਂ ਸ਼ੁਰੂ ਚ ਜੀ ਕਰਦੇ ਵੀ ਨੀਂਦ ਆਉਂਦੀ ਸੀ, ਊਬਦੇ ਸੀ, ਅੱਕਦੇ ਸੀ। ਕਿਉਂ? ਕਿਉਂਕਿ ਉਹਨੂੰ ਜੀਵਨ ਦਾ ਹਿੱਸਾ ਨਹੀਂ ਸੀ ਮੰਨਿਆ, ਆਪਣਾ ਜਿਹੜਾ ਹੈ ਉਹ ਆਧਾਰ ਨਹੀਂ ਸੀ। ਅਸੀਂ ਸਿਰਫ ਕਹਿੰਦੇ ਹਾਂ ਕਿ ਬਾਣੀ ਸਾਡਾ ਆਧਾਰ ਹੈ, ਬਾਣੀ ਸਾਡਾ ਗੁਰੂ ਹੈ, ਪਰ ਉਹਨੂੰ ਆਧਾਰ ਨਹੀਂ ਬਣਾਇਆ। ਇਹਦੇ ਵਾਸਤੇ ਜਿਹੜਾ ਹੈ ਉਹ ਸਭ ਤੋਂ ਜ਼ਰੂਰੀ ਹੈ ਕਿ ਮਾਤਾ ਪਿਤਾ ਨੂੰ ਵੀ ਇਸ਼ਕ ਹੋਣਾ ਚਾਹੀਦਾ। ਮਾਤਾ ਪਿਤਾ ਨੂੰ ਆਪਣੇ ਪਿਆਰੇ ਦੇ ਪ੍ਰਤੀ ਪ੍ਰੀਤ ਹੋਣੀ ਚਾਹੀਦੀ, ਕਿਉਂਕਿ ਅਸੀਂ ਦੇਖ ਕੇ ਸਿੱਖਦੇ ਹਾਂ। ਬੱਚਾ ਜਿਹੜਾ ਇੱਕ ਧੀ ਜਿਹੜੀ ਹੈ ਉਹ ਮਾਂ ਤੋਂ ਸਿੱਖ ਲੈਂਦੀ, ਪੁੱਤ ਜਿਹੜਾ ਹੈ ਉਹ ਪਿਤਾ ਤੋਂ ਸਿੱਖ ਲੈਂਦਾ। ਅਸੀਂ ਦਿਖਾਇਆ ਹੈ ਉਹਨਾਂ ਨੂੰ, ਡਾਕਟਰਾਂ ਨੂੰ ਦੇਖੋ, ਉਹ ਡਾਕਟਰਾਂ ਨੂੰ ਦੇਖ ਲੈਂਦੇ, ਡਾਕਟਰ ਬਣਨ ਦਾ ਜੀ ਕਰਦਾ। ਪਰ ਰੌਲਾ ਇਹ ਆ ਕਿ ਉਹਨਾਂ ਦੇ ਅੰਦਰ ਉਹ ਇੱਛਾ ਨੂੰ ਨਹੀਂ ਜਗਾ ਪਾਏ, ਉਹ ਜਿਹੜਾ ਰੰਗ ਹੈ ਉਹ ਨਹੀਂ ਮਾਣ ਪਾਏ। ਇਸ ਕਰਕੇ ਉਹ ਜ਼ਬਰਦਸਤੀ ਕਰਨ ਨਾਲ ਪਾਠ ਤੇ ਕਰ ਲੈਂਦੇ, ਪਰ ਜੋ ਉਹ ਰੰਗ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਦਾ। ਫਿਰ ਬੇਅੰਤ ਅਭਿਆਸ ਜੀ ਨੇ ਜਿਹੜੇ ਸਤਿਗੁਰੂ ਦੱਸਦੇ ਨੇ, ਜਿਨ੍ਹਾਂ ਨਾਲ ਇਹ ਇਸ਼ਕ ਜਾਗਦਾ ਹੈ ਭਾਈ। ਪਰ ਰੌਲਾ ਇਹ ਕਿ ਸਤਿਗੁਰੂ ਨਾਲ ਸਿਰਫ ਪਾਠ ਕਰਨ ਦੀ ਸਾਂਝ ਨਹੀਂ, ਸਤਿਗੁਰੂ ਨਾਲ ਇੱਕ ਮਿੱਤਰ ਦੀ, ਇੱਕ ਪਿਆਰੇ ਦੀ, ਇੱਕ ਪ੍ਰੀਤਮ ਦੀ ਸਾਂਝ ਵੀ ਪਾਉਣੀ ਚਾਹੀਦੀ। ਹੋਰ ਕੋਈ ਹੱਲ ਨਹੀਂ। ਬਿਲਕੁਲ। ਪਰ ਅੱਜ ਹੁਣ ਮੈਂ ਇੱਕ ਇੱਕ ਕਰਕੇ ਥੋੜਾ ਜਿਹਾ ਔਖੇ ਸਵਾਲਾਂ ਵੱਲ ਵੀ ਜਾਵਾਂਗਾ ਔਰ ਮੈਂ ਚਾਹਾਂਗਾ ਕਿ ਬੜੀ ਸਰਲਤਾ ਨਾਲ ਤੁਸੀਂ ਉਹਦਾ ਜਵਾਬ ਸਾਨੂੰ ਦਿਓਗੇ ਔਰ ਤਾਂ ਕਿ ਸਾਨੂੰ ਹੱਲ ਮਿਲ ਸਕੇ। ਕਿਉਂਕਿ ਅੱਜ ਹੋਰਨਾਂ ਧਰਮਾਂ ਦੇ ਰੀਤੀ ਰਿਵਾਜ਼ਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸਿੱਖ ਰਹਿਤ ਮਰਿਆਦਾ ਸਭ ਪੜ੍ਹਦੇ ਨੇ, ਜਾਣਦੇ ਵੀ ਨੇ। ਪਰ ਉਸ ਤੇ ਅਮਲ ਕਰਨ ਦੀ ਜੇ ਗੱਲ ਕੀਤੀ ਜਾਏ ਤਾਂ ਇਸ ਨੂੰ ਕੱਟੜਵਾਦ ਦਾ ਨਾਂ ਦੇ ਦਿੱਤਾ ਜਾਂਦਾ ਹੈ। ਤੁਸੀਂ ਕੀ ਸੋਚਦੇ ਹੋ? ਇਹ ਸਵਾਲ ਜਿਹੜਾ ਹੈ ਇਹ ਸਭ ਤੋਂ ਪਹਿਲਾਂ ਤੇ ਰਹਿਤ ਮਰਿਆਦਾ ਨੂੰ ਸਮਝਣਾ ਹੋਏਗਾ ਕਿ ਰਹਿਤ ਮਰਿਆਦਾ ਹੁੰਦੀ ਕੀ ਹੈ। ਕਾਨੂੰਨ ਜਿਹੜਾ ਹੈ ਉਹ ਉਦੋਂ ਬਣਾਇਆ ਜਾਂਦਾ ਜਦੋਂ ਕਿਸੇ ਦੇਸ਼ ਦੇ ਵਿੱਚ ਜਿਹੜਾ ਹੈ ਕੁਝ ਬੇਈਮਾਨੀਆਂ ਹੋਣੀਆਂ ਸ਼ੁਰੂ ਹੋਣ ਤੇ ਬੇਈਮਾਨਾਂ ਵਾਸਤੇ ਇੱਕ ਮਰਿਆਦਾ ਬਣਾਈ ਜਾਂਦੀ ਹੈ। ਜੇ ਤੇ ਕੋਈ ਗੁਰਸਿੱਖ ਆਪਣੇ ਗੁਰੂ ਦੇ ਆਧਾਰ ਤੇ ਚੱਲੀ ਜਾਵੇ, ਸੱਚ ਬੋਲੇ, ਮਨ ਨੂੰ ਜਿੱਤੇ। ਸਤਿਗੁਰੂ ਨੇ ਮਨ ਤੋਂ ਖੇਡ ਸ਼ੁਰੂ ਕੀਤੀ ਸੀ, ਮਨ ਨੂੰ ਜਿੱਤੇ। ਸਾਨੂੰ ਸਾਡੇ ਬੱਚਿਆਂ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਇਹ ਪਾਉਣਾ ਚਾਹੀਦਾ ਸੀ ਕਿ ਇਹ ਇੱਕ ਯਾਤਰਾ ਹੈ। ਸਭ ਤੋਂ ਪਹਿਲਾਂ ਸਿੱਖ ਹੋ ਕੇ ਸਿੱਖਣਾ, ਫਿਰ ਜਿਹੜਾ ਇਹ ਦਾਤ ਲੈ ਕੇ ਸਤਿਗੁਰੂ ਕੋਲੋਂ ਸਿੰਘ ਬਣਨਾ, ਤੇ ਫਿਰ ਜੋ ਸਿੱਖਿਆ ਹੈ ਉਹਨੂੰ ਧਾਰਨ ਕਰਨ ਵਾਸਤੇ ਜੂਝਣਾ। ਤੇ ਜਿਸ ਦਿਨ ਤੂੰ ਜੂਝਦਿਆਂ ਉਹ ਤੇਰੇ ਤੇ ਟੁੱਟ ਗਿਆ, ਉਹ ਪ੍ਰੀਤਮ ਨੇ ਰਹਿਮਤ ਕੀਤੀ, ਉਹ ਮਿਹਰਬਾਨ ਹੋਇਆ ਤੇ ਉਹਨੇ ਤੈਨੂੰ ਥਾਪੜਾ ਦੇ ਕੇ ਖਾਲਸਾ ਬਣਾ ਲੈਣਾ। ਖਾਲਸਾ ਬਣਨਾ ਸਾਡੀ ਇੱਕ ਜਿਹੜੀ ਮੰਜ਼ਿਲ ਹੋਣੀ ਚਾਹੀਦੀ ਸੀ, ਉਹ ਮੰਜ਼ਿਲ ਨਾ ਹੋਣ ਕਰਕੇ ਅਸੀਂ ਸਿਰਫ ਜਿਹੜਾ ਇੱਕ ਬੇਸਿਕ ਜਿਹੜੀ ਸਾਡੀ ਇੱਕ ਲੋੜ ਹੈ ਨਾ ਕਿ ਇੰਨੀ ਬਾਣੀ ਪੜ੍ਹਨੀ ਹੈ, ਏਦਾਂ ਕਰਨਾ ਹੈ, ਆਹ ਕਰਨਾ, ਇਹ ਤੇ ਇੱਕ ਸਟਾਰਟਿੰਗ ਹੈ, ਇਹ ਤੇ ਇੱਕ ਬਿਗਨਿੰਗ ਹੈ ਬੜੀ ਛੋਟੀ ਜੀ। ਤੇ ਅਸੀਂ ਉਹਦੇ ਤੇ ਹੀ ਉਲਝੇ ਪਏ ਆ ਕਿ ਭਾਈ ਰਹਿਤ ਮਰਿਆਦਾ ਮੰਨਦਾ ਕਿ ਨਹੀਂ ਮੰਨਦਾ। ਹੁਣ ਸਕੂਲੇ ਬੱਚਾ ਜਾਂਦਾ ਹੈ, ਉਹਨੂੰ ਯੂਨੀਫਾਰਮ ਪਾਉਣੀ ਜ਼ਰੂਰੀ ਹੈ, ਨਿਯਮ ਹੈ, ਪਰ ਯੂਨੀਫਾਰਮ ਐਜੂਕੇਸ਼ਨ ਨਹੀਂ ਹੈ। ਉਹਦਾ ਇੰਨੇ ਸਮੇਂ ਸਕੂਲ ਪਹੁੰਚਣਾ ਜਿਹੜਾ ਨਿਯਮ ਹੈ, ਪਰ ਉਹ ਐਜੂਕੇਸ਼ਨ ਨਹੀਂ ਹੈ, ਉਹਦੀ ਸਿੱਖਿਆ ਨਹੀਂ ਹੈ। ਸਿੱਖਣਾ ਤੇ ਕੁਝ ਹੋਰ ਹੈ, ਬਣਨਾ ਤੇ ਕੁਝ ਹੋਰ ਹੈ। ਪਰ ਇਸ ਕਰਕੇ ਅਸੀਂ ਸਿਰਫ ਉੱਥੇ ਹੀ ਉਲਝੇ ਪਏ ਹਾਂ ਜੇ। ਬਾਕੀ ਦੂਜੀ ਬਾਤ ਕੁਝ ਇਹ ਵੀ ਹੈ ਕਿ ਗੁਰੂ ਪਿਤਾ ਦੇ ਰੰਗਾਂ ਨੂੰ ਅਸੀਂ ਉਸ ਮਹਾਨ ਰੰਗਾਂ ਤੱਕ ਲੈ ਕੇ ਨਹੀਂ ਗਏ, ਸਮਝਿਆ ਨਹੀਂ ਹੈ, ਕਮਾਇਆ ਨਹੀਂ ਹੈ। ਇਸ ਕਰਕੇ ਸਭ ਅਜੇ ਧੁੰਦਲਾ ਜਿਹਾ ਚੱਲ ਰਿਹਾ ਹੈ। ਪਰ 10 ਗੁਰੂਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਇਹ ਤਾਂ ਸਭ ਜਾਣਦੇ ਨੇ। ਪਰ ਫਿਰ ਵੀ ਕਿਉਂ ਅੱਜ ਸਿੱਖ ਆਪੋ ਆਪਣੇ ਮੁਤਾਬਕ ਵੱਖ-ਵੱਖ ਗੁਰੂਆਂ ਨੂੰ ਮੰਨਣਾ ਚਾਹੁੰਦੇ ਨੇ? ਉਹਨਾਂ ਦੇ ਘਰਾਂ ਵਿੱਚ ਵੀ ਦੇਖਿਆ ਜਾਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਹੋ ਕੇ ਵੱਖ-ਵੱਖ ਗੁਰੂਆਂ ਦੀਆਂ ਤਸਵੀਰਾਂ ਵਿਖਾਈ ਦਿੰਦੀਆਂ ਨੇ। ਜਿਵੇਂ ਹਿੰਦੂ ਧਰਮ ਦੇ ਲੋਕ ਵੱਖ-ਵੱਖ ਦੇਵੀ ਦੇਵਤਿਆਂ ਨੂੰ ਪੂਜਦੇ ਨੇ, ਕਿ ਉਸੇ ਤਰ੍ਹਾਂ ਤੇ ਹੁਣ ਸਿੱਖ ਚੱਲਦੇ ਵਿਖਾਈ ਦੇ ਰਹੇ ਨੇ? ਕੀ ਲੱਗਦਾ ਤੁਹਾਨੂੰ? ਕੀ ਨਜ਼ਰੀਆ ਪੇਸ਼ ਕਰੋਗੇ? ਜਿਹੜੀ ਕਿਸੇ ਇੱਕ ਆਕਾਰ ਦੀ ਜਾਂ ਕਿਸੇ ਇੱਕ
ਸਰੀਰ ਦੀ ਪੂਜਾ ਹੈ ਨਾ, ਉਹ ਸਭ ਸਵਾਰਥ ਤੋਂ ਪੈਦਾ ਹੁੰਦੀ। ਜੀ ਸਵਾਰਥ ਦੇ ਪੁਜਾਰੀ ਜਿਹੜੇ ਨੇ ਉਹ ਕੁਝ ਨਾ ਕੁਝ ਮੰਨ ਹੀ ਲੈਂਦੇ। ਉਹਨਾਂ ਦੇ ਆਪਣੇ ਡਰ ਨੇ, ਆਪਣੇ ਮਤਲਬ ਨੇ, ਪਰ ਇੱਕ ਪ੍ਰੀਤ ਦੀ ਬਾਤ ਵੀ ਹੈ। ਇਹ ਜੀ ਖੇਡ ਜਿਹੜੀ ਹੈ ਨਾ ਪਖੰਡ ਦੀ ਤੇ ਪ੍ਰੇਮ ਦੀ, ਇਹਦੇ ਚ ਬੜਾ ਮਹੀਨ ਜਿਹਾ ਇੱਕ ਫਾਸਲਾ ਹੁੰਦਾ, ਬੜਾ ਮਹੀਨ ਜਿਹਾ। ਜੇ ਤੁਸੀਂ ਕਿਸੇ ਸਵਾਰਥ ਵਸ ਕਿਸੇ ਆਕਾਰ ਨੂੰ ਪੂਜਦੇ ਹੋ ਜਾਂ ਕਿਸੇ ਗੁਰੂ ਦੀ ਇੱਕ ਮੂਰਤ ਨੂੰ ਪੂਜ ਰਹੇ ਹੋ, ਤੇ ਉਹ ਜਿਹੜਾ ਹੈ ਉਹ ਸਿਰਫ ਕਰਮ ਕਾਂਡ ਹੈ। ਪਰ ਜੇ ਆਪ ਜੀ ਨੂੰ ਸਭਨਾ ਚ ਹੀ ਨਾਨਕ ਦਿਖਾਈ ਦੇ ਜਾਵੇ ਤੇ ਉਹ ਪ੍ਰੀਤ ਹੋ ਜਾਂਦੀ। ਚਾਹੀਦਾ ਕੁਝ ਨਹੀਂ ਹੈ, ਬਸ ਪਿਆਰਾ ਹੈ, ਉਸਦੇ ਗੁਣਾਂ ਨੂੰ ਜਾਣਿਆ ਹੈ, ਪ੍ਰਮਾਤਮਾ ਨੂੰ ਜਾਣਨਾ ਹੈ, ਤੇ ਕਮ ਸੇ ਕਮ ਉਹਦੀ ਕਿਸੇ ਰੰਗ ਤੋਂ ਹੀ ਜਾਣਨਾ ਹੋਏਗਾ। ਬਾਕੀ ਇਹ ਹੈ ਕਿ ਅਜੇ ਅਸੀਂ ਸਵਾਰਥ ਤੋਂ ਉੱਪਰ ਉੱਠ ਕੇ ਨਹੀਂ ਆਏ। ਅਜੇ ਅਸੀਂ ਪਿਆਰੇ ਦੀ, ਜਿਸ ਦਿਨ ਅਸੀਂ ਸਵਾਰਥ ਤੋਂ ਪਾਰ ਜਾ ਕੇ ਆਪਣੇ ਪਿਆਰੇ ਤੋਂ ਕੁਰਬਾਨ ਹੋਣ ਲਈ, ਉਸ ਪਿਆਰੇ ਦੇ ਇਸ਼ਕ ਦੇ ਲਈ ਜਿਹੜਾ ਇਹ ਜੀਵਨਾ ਸ਼ੁਰੂ ਕਰਾਂਗੇ, ਉਸ ਦਿਨ ਇਹ ਜੀ ਮਸਲੇ ਨਹੀਂ ਹੋਣਗੇ। ਬਿਲਕੁਲ ਬਿਲਕੁਲ, ਬਹੁਤ ਸਰਲਤਾ ਨਾਲ ਤੁਸੀਂ ਇਹਦਾ ਜਵਾਬ ਦਿੱਤਾ ਹੈ। ਪਰ ਤੁਹਾਨੂੰ ਲੱਗਦਾ ਹੈ ਕਿ ਅੱਜ ਜਦੋਂ ਕੋਰੋਨਾ ਵਾਇਰਸ ਦੇ ਚਲਦੇ ਆ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਨੇ, ਤਾਂ ਇਸ ਸਮੇਂ ਜਦੋਂ ਟੀਵੀ ਚੈਨਲ ਤੇ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਜਿਵੇਂ ਸਾਹਿਬ ਕੀ ਬਾਤ ਹੈ, ਤਾਂ ਲੋਕਾਂ ਲਈ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਬਾਹਰ ਨਿਕਲਣਾ ਨਹੀਂ ਪੈ ਰਿਹਾ, ਸਗੋਂ ਗੁਰੂ ਦੀ ਬਾਣੀ ਉਹਨਾਂ ਦੇ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ। ਜੀ, ਇੱਥੇ ਹੈ ਕਿ ਪੱਥਰ ਨੂੰ ਵੀ ਠੋਕਰ ਮਾਰੀਏ ਤੇ ਥੋੜਾ ਥੋੜਾ ਤੇ ਭੁਰਦਾ ਹੀ ਹੈ। ਤੇ ਜੀ ਜੇ ਉਹਨਾਂ ਦੇ ਹਿਰਦੇ ਨੂੰ ਟਕੋਰ ਕਰਦੇ ਰਹੀਏ, ਪਿਆਰੇ ਦੀ ਉਹ ਪ੍ਰੇਮ ਦੀ, ਇਸ਼ਕ ਦੀ ਬਾਤ ਦੱਸਦੇ ਰਹੀਏ, ਤੇ ਇੱਕ ਦਿਨ ਇਸ਼ਕ ਲੱਗ ਜਾਂਦਾ। ਮਨ ਦਾ ਇੱਕ ਬੜਾ ਸੋਹਣਾ ਬਾਤ ਹੈ ਕਿ ਜੋ ਇਹਦੇ ਕੋਲ ਬਾਰ-ਬਾਰ ਚਿਤਵਿਆ ਜਾਵੇ, ਜੋ ਇਹਦੇ ਬਾਰ-ਬਾਰ ਕੋਲ ਕਿਹਾ ਜਾਵੇ, ਇਹ ਉਸ ਨਾਲ ਇਸ਼ਕ ਕਰ ਲੈਂਦਾ। ਮਾਂ ਬੜੀ ਚੰਗੀ ਹੁੰਦੀ ਏ, ਵਿਆਹ ਤੋਂ ਪਹਿਲਾਂ ਪਤਨੀ ਆ ਜਾਂਦੀ ਏ, ਤੇ ਜੇ ਪਤਨੀ ਬੜੇ ਰੰਗ ਦੀ ਏ, ਉਹ ਧੀ ਰਾਣੀ ਬੜੇ ਇਸ਼ਕ ਦੀ ਏ, ਤੇ ਫਿਰ ਤੇ ਚੜ੍ਹਦੀ ਕਲਾ ਏ। ਪਰ ਜੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ, ਔਗਣਾਂ ਨੂੰ ਚੁੱਕਣ ਲੱਗ ਪਵੇ, ਤੇ ਉਹ ਫਿਰ ਕਹਿਣਾ ਸ਼ੁਰੂ ਕਹਿੰਦੀ ਕਿ ਨਹੀਂ, ਤੇਰਾ ਜਿਹੜੀ ਮਾਂ ਏ ਨਾ ਉਹ ਬਹੁਤ ਮਾੜੀ ਏ ਆਪਣੇ ਘਰ ਵਾਲੇ ਨੂੰ। ਤੇ ਉਹ ਜਿਹੜਾ ਪਤੀ ਏ ਪਹਿਲੀ ਵਾਰਾਂ ਝਿੜਕਦਾ ਵੀ ਹੋਏਗਾ, ਵਿਰੋਧ ਵੀ ਕਰਦਾ ਹੋਏਗਾ, ਪਰ ਕਈ ਜਦੋਂ ਲਗਾਤਾਰ ਇਹ ਚੱਲਦਾ ਜਾਂਦਾ ਏ ਤੇ ਫਿਰ ਹੌਲੀ ਹੌਲੀ ਉਹ ਵੀ ਮੰਨਣ ਲੱਗ ਪੈਂਦਾ, ਨਹੀਂ ਮਾਂ ਮੇਰੀ ਮਾੜੀ ਏ। ਹੋਇਆ ਕੀ ਇਹ ਮਨ ਦੇ ਕੋਲ ਕੋਈ ਬਾਰ-ਬਾਰ ਗੱਲ ਕਹੀ ਗਈ ਹੈ, ਮਨ ਨੇ ਜਿਹੜਾ ਇਹ ਬਾਰ-ਬਾਰ ਉਹਨੂੰ ਸੁਣਿਆ ਹੈ, ਬਾਰ-ਬਾਰ ਉਹਦੇ ਪ੍ਰਤੀ ਚਿਤਵਨ ਕੀਤਾ ਹੈ। ਤੇ ਮਨ ਦੀ ਇੱਕ ਇਹ ਜਿਹੜੇ ਪ੍ਰੋਗਰਾਮ ਨੇ ਬੜੇ ਸੋਹਣੇ ਨੇ, ਜਿੱਥੇ ਨੈਗੇਟਿਵਿਟੀ ਦਾ ਇੰਨਾ ਪਸਾਰਾ ਹੈ, ਮਾਇਆ ਦਾ ਇੰਨਾ ਪਸਾਰਾ ਹੈ, ਸਵਾਰਥ ਦਾ, ਲੋਭ ਦਾ, ਵਾਸ਼ਨਾ ਦਾ ਇੰਨਾ ਪਸਾਰਾ ਹੈ, ਉੱਥੇ ਇਸ਼ਕ ਦੀ ਬਾਤ ਵੀ ਤੇ ਹੋਣੀ ਚਾਹੀਦੀ ਹੈ। ਤਾਂ ਹੀ ਕਮ ਸੇ ਕਮ ਜਿਹੜਾ ਹੈ ਉਹ ਕੁਝ ਲੋਕਾਂ ਦੀ ਸੇਵਾ ਉਮੜ ਕੇ ਸਾਹਮਣੇ ਆਏਗੀ, ਇਹ ਸਮਾਜ ਉੱਚੇ ਹੋਣਗੇ, ਇਹਨਾਂ ਦੇ ਵਿੱਚ ਉਹ ਜੀ ਪੈਦਾ ਹੋਣਗੇ ਜਿਹੜੇ ਦੂਜਿਆਂ ਵਾਸਤੇ ਰੋਲ ਮਾਡਲ ਬਣਨਗੇ। ਇਸ ਕਰਕੇ ਇਹ ਪ੍ਰੋਗਰਾਮ ਸੋਹਣੇ ਨੇ, ਹਰ ਤਰੀਕੇ, ਹਰ ਢੰਗ ਸੋਹਣੇ ਨੇ। ਜੀ ਬਿਲਕੁਲ। ਔਰ ਸੰਗਤ ਅਤੇ ਪੰਗਤ ਦੀ ਪ੍ਰਥਾ ਦੀ ਜੇਕਰ ਗੱਲ ਕਰੀਏ ਤਾਂ ਜਦੋਂ ਇਹ ਪ੍ਰਥਾ ਸ਼ੁਰੂ ਕੀਤੀ ਗਈ ਸੀ ਤਾਂ ਉਸਦਾ ਇੱਕ ਖਾਸ ਮਕਸਦ ਜ਼ਰੂਰ ਸੀ। ਪਰ ਅੱਜ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਸ਼ਾਦੀ ਵਿਆਹਾਂ ਵਾਂਗ ਲੰਗਰ ਦੌਰਾਨ ਟੇਬਲ ਸਜਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਦੱਸਿਆ ਜਾਂਦਾ ਹੈ ਕਿ ਇਹ ਟੇਬਲ ਉਹਨਾਂ ਲੋਕਾਂ ਲਈ ਨੇ ਜੋ ਬਜ਼ੁਰਗ ਨੇ, ਅਪਾਹਜ ਨੇ, ਪਰ ਨਜ਼ਰ ਕੁਝ ਹੋਰ ਆਉਂਦਾ ਹੈ, ਕਿਉਂਕਿ ਇੱਕ ਤੋਂ ਬਾਅਦ ਇੱਕ ਹੌਲੀ-ਹੌਲੀ ਹਰ ਵਰਗ ਦੇ ਲੋਕ ਉਹਨਾਂ ਹੀ ਟੇਬਲ ਤੇ ਬੈਠਣਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਕਿਸ ਤਰ੍ਹਾਂ ਨਾਲ ਵੇਖਦੇ ਹੋ ਇਸ ਚੀਜ਼ ਨੂੰ? ਅੱਜ ਕੱਲ ਵੈਸੇ ਵੀ ਅਪਾਹਿਜ ਤਾਂ ਕੁਝ ਜ਼ਿਆਦਾ ਹੀ ਹੈ। ਜਿਹੜੇ ਚੰਗੇ ਭਲੇ ਜੀ ਨੇ ਉਹ ਵੀ ਅਪਾਹਿਜ ਹੀ ਲੱਗਦੇ ਨੇ, ਕਿਉਂਕਿ ਕੰਮ ਚੋਰੀ ਵੱਧ ਗਈ ਹੈ, ਮਨ ਦਾ ਜਿਹੜਾ ਹੈ ਉਹ ਸੁਭਾਅ ਬਹੁਤ ਬਣ ਗਿਆ ਹੈ। ਤੇ ਗੁਰੂ ਪਿਤਾ ਦੀਆਂ ਉਹ ਬਖਸ਼ਿਸ਼ਾਂ, ਉਹ ਰੰਗ ਜਿਹੜਾ ਹੈ ਉਹ ਹਉਮੈ ਵਸ ਸੀ, ਕਹਿੰਦੇ ਨਹੀਂ ਉਦੋਂ ਜੀ ਲੋੜ ਨਹੀਂ ਸੀ, ਉਦੋਂ ਤੇ ਜੀ ਏਦਾਂ ਸੀ। ਪਰ ਰੌਲਾ ਇਹ ਹੈ ਕਿ ਉਦੋਂ ਵੀ ਮੰਜੀਆਂ ਤੇ ਸੀ, ਉਦੋਂ ਵੀ ਜਿਹੜਾ ਜੀ ਸੀ ਉਹ ਮੂੜੇ, ਕਈ ਕੁਰਸੀਆਂ ਸੀ, ਬੇਅੰਤ ਕੁਝ ਸੀ। ਪਰ ਸਤਿਗੁਰੂ ਨੇ ਉਦੋਂ ਵੀ ਇੱਕ ਬਾਤ ਕਹੀ ਸੀ ਕਿ ਸ਼ੁੱਧ ਭੂਮ ਪੈ ਭੋਜਨ ਪਾਵੇ, ਖਟੀਆ ਪਰ ਪੈ ਕਬੂ ਨਾ ਖਾਵੇ, ਕਿ ਮੰਜੀ ਤੇ ਬਹਿ ਕੇ ਕਦੀ ਨਾ ਖਾਵੇ ਸ਼ੁੱਧ ਭੂਮੀ ਤੇ। ਅਜੇ ਸਾਨੂੰ ਪਤਾ ਹੀ ਜੀ ਨਹੀਂ ਉਸ ਪਿਆਰੇ ਨੇ ਸਾਡੇ ਵਾਸਤੇ ਕਿੰਨੀਆਂ ਕੁ ਬਖਸ਼ਿਸ਼ਾਂ ਰੱਖੀਆਂ ਨੇ। ਇਹ ਧਰਤੀ ਸਿਰਫ ਅਨਾਜ ਹੀ ਨਹੀਂ ਪੈਦਾ ਕਰਦੀ ਕਿ ਬੇਅੰਤ ਤਰ੍ਹਾਂ ਦੇ ਭੋਜਨ ਆਪ ਜੀ ਨੂੰ ਪਰੋਸਦੀ ਏ। ਇਹਦੀ ਇੱਕ ਅਰਥ ਵੀ ਹੈ, ਇਹਦਾ ਇੱਕ ਜਿਹੜਾ ਇੱਕ ਕਨੈਕਸ਼ਨ ਵੀ ਹੈ। ਹੁਣ ਜਿਹੜਾ ਕੋਈ ਮਨੁੱਖ ਜਿਹੜਾ ਇਹ ਧਰਤੀ ਤੇ ਜ਼ਿਆਦਾ ਨਹੀਂ ਰਹੇਗਾ, ਮਿੱਟੀ ਦੇ ਨਾਲ ਸੰਪਰਕ ਸਿੱਧੇ ਚ ਨਹੀਂ ਆਏਗਾ, ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਅਲਰਜੀਜ਼ ਹੋ ਜਾਂਦੀਆਂ। ਹੌਲੀ ਹੌਲੀ ਡਾਕਟਰ ਹੁਣ ਉਹਨਾਂ ਬਾਰੇ ਕਹਿਣਾ ਸ਼ੁਰੂ ਕਰ ਗਏ। ਬਾਕੀ ਕੋਈ ਜੀ ਬਾਤ ਨਹੀਂ ਹੈ, ਸਮੇਂ
ਲੋੜ ਏ। ਆਉਣ ਵਾਲੇ ਸਮੇਂ 'ਚ ਜਦੋਂ ਇਹਨਾਂ ਚੀਜ਼ਾਂ ਤੇ ਰਿਸਰਚ ਹੋਈ, ਇਹਨਾਂ ਨੇ ਵਾਪਸ ਉੱਥੇ ਹੀ ਆ ਜਾਣਾ। ਆਪਣੇ ਆਪ ਇਹਨਾਂ ਨੂੰ ਸਮਝ ਲੈਣਾ ਕਿ ਧਰਤੀ ਨਾਲ ਸਿੱਧਾ ਸੰਪਰਕ ਕਿਉਂ ਜ਼ਰੂਰੀ ਹੈ। ਇਹਦੇ 'ਚ ਮੇਰੇ ਪਿਆਰੇ ਨੇ ਕਿਉਂ ਕਿਹਾ ਸੀ ਕਿ ਬਹਿ ਕੇ ਛਕੀ। ਬਹਿ ਕੇ ਛਕਣ ਦੇ ਨਾਲ ਜਿਹੜਾ ਪੋਸਚਰ ਹੈ, ਜਿਹੜਾ ਪੋਜੀਸ਼ਨ ਹੈ, ਜਿਹੜਾ ਆਸਣ ਹੈ, ਉਹਦੇ ਨਾਲ ਆਪ ਜੀ ਦੀ ਡਾਇਜੈਸ਼ਨ ਦੀਆਂ ਬੜੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਖਤਮ ਹੁੰਦੀਆਂ ਨੇ। ਉਸ ਪਿਆਰੇ ਨੂੰ ਕੋਈ ਏਦਾਂ ਦੀ ਸਾਡੀ ਗੁਲਾਮੀ ਥੋੜ੍ਹੀ ਚਾਹੀਦੀ ਸੀ ਕਿ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਸੀ। ਉਹ ਤੇ ਰਹਿਮਤ ਦਾ ਦਾਤਾ ਸੀ। ਉਹ ਸਾਡੇ ਤੇ ਰਹਿਮਤਾਂ ਵਰਸਾਉਂਦਾ ਸੀ। ਇਸ ਕਰਕੇ ਉਸਦਾ ਇੱਕ-ਇੱਕ ਹੁਕਮ ਜਿਹੜਾ ਹੈ ਨਾ, ਆਪਣੀ ਹੰਕਾਰ ਨੂੰ, ਆਪਣੀ ਮੱਤ ਨੂੰ ਪਰੇ ਕਰਕੇ ਮੰਨਣਾ ਚਾਹੀਦਾ ਹੈ ਹਰ ਜੀਅ ਨੂੰ। ਬਿਲਕੁਲ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਸਾਨੂੰ ਦੁਨਿਆਵੀ ਗੱਲਾਂ ਪ੍ਰਤੀ ਜਾਗਰੂਕ ਵੀ ਕਰਦੀ ਹੈ, ਵੱਖ-ਵੱਖ ਪ੍ਰੇਰਿਤ ਵੀ ਕਰਦੀ ਹੈ ਕਈ ਪੱਖਾਂ ਤੋਂ, ਇੱਕ ਚੰਗੀ ਅਤੇ ਸੁਚੱਜੀ ਜ਼ਿੰਦਗੀ ਜਿਉਣ ਪ੍ਰਤੀ ਰਾਹ ਵੀ ਦੱਸਦੀ ਹੈ। ਇਹਨਾਂ ਸਭ ਗੱਲਾਂ ਨੂੰ ਵੇਖ ਕੇ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਭਾਈਚਾਰੇ ਨਾਲ ਸੰਬੰਧ ਨਾ ਸਿਰਫ ਧਾਰਮਿਕ ਆਗੂਆਂ ਨੇ, ਬਲਕਿ ਅਹ, ਕਈ ਐਸੇ ਸਕਾਲਰਸ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਸਿਰ ਝੁਕਾਇਆ। ਸੋ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਇਸ ਵਿੱਚ ਦਰਜ ਬਾਣੀ ਨੂੰ ਜੇਕਰ ਸਮਝਿਆ ਜਾਏ ਤਾਂ ਦੁਨੀਆ ਵਿੱਚ ਵਿਚਰਦੇ ਹਰ ਸਵਾਲ ਦਾ ਜਵਾਬ ਜ਼ਰੂਰ ਮਿਲ ਸਕਦਾ ਹੈ। ਕੀ ਕਹੋਗੇ? ਇੱਕ ਨੋਬਲ ਪ੍ਰਾਈਜ਼ ਵਿਨਰ ਨੇ ਪੈਣਾ ਹੋਈ ਹੈ, ਸ਼ਾਇਦ ਉਹਦਾ ਨਾਮ ਪਰਲ ਦੀ ਡੱਗ ਜਾਂ ਪਰਲ ਡੀ ਬੱਗ ਏਦਾਂ ਕਰਕੇ ਉਹਦਾ ਨਾਮ। ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਅਧਿਐਨ ਕੀਤਾ, ਸਤਿਗੁਰੂ ਕੋਲੋਂ ਬੈਠੇ ਹੋਣਗੇ, ਰੰਗ ਮਾਣਿਆ ਹੋਏਗਾ, ਤੇ ਉਹਨੇ ਇੱਕ ਬੜੀ ਪਿਆਰੀ ਬਾਤ ਕਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੰਨੀਆਂ ਕੁ ਵੈਲਿਊਏਬਲ ਚੀਜ਼ਾਂ ਨੇ, ਪਰ ਅਫਸੋਸ ਦੀ ਗੱਲ ਏ ਸਿੱਖ ਨਾ ਇਹਨੂੰ ਚੰਗੀ ਤਰ੍ਹਾਂ ਪੜ੍ਹ ਪਾਏ, ਨਾ ਸਮਝ ਪਾਏ, ਨਾ ਦੁਨੀਆ 'ਚ ਵੰਡ ਪਾਏ। ਜੀ। ਕਹਿਣ ਤੋਂ ਤੇ ਭਾਵ ਹੈ ਕਿ ਸਤਿਗੁਰੂ ਦੀ ਇੱਕ-ਇੱਕ ਬਾਤ ਇੱਕ ਵੀ ਮੰਨ ਲਈਏ ਨਾ ਤੇ ਜ਼ਿੰਦਗੀ 'ਚ ਆਨੰਦ ਹੀ ਆਨੰਦ ਘੜ ਜਾਂਦਾ। ਕੋਈ ਇੱਕ ਰੰਗ ਨੂੰ ਜਿਹੜਾ ਇਹ ਜੀਵਨ 'ਚ ਧਾਰਨ ਕਰਨਾ। ਵੇਖੋ, ਬੜੇ ਜਾਣੇ ਕਹਿ ਦਿੰਦੇ ਧਰਮ ਦੀ ਜ਼ਰੂਰਤ ਨਹੀਂ ਹੈ, ਇਨਸਾਨੀਅਤ ਕਾਫੀ ਹੈ, ਪਰ ਇਨਸਾਨੀਅਤ ਹੈ ਕੀ? ਆਪਣੇ ਔਗਣਾਂ ਨੂੰ ਆਪਣੇ ਅੰਦਰੋਂ ਦੂਰ ਕਰਕੇ ਗੁਣਾਂ ਨੂੰ ਧਾਰਨ ਕਰਨਾ, ਦੂਜਿਆਂ ਨਾਲ ਪ੍ਰੇਮ ਕਰਨਾ, ਦੂਜਿਆਂ ਦੀ ਸੇਵਾ ਕਰਨੀ, ਦੂਜਿਆਂ ਦੀ ਸਹਾਇਤਾ ਕਰਨੀ, ਲੁੱਟਣਾ ਨਹੀਂ, ਮਾਰਨਾ ਨਹੀਂ, ਚੋਰੀ ਨਹੀਂ ਕਰਨੀ, ਬੇਈਮਾਨੀਆਂ ਨਹੀਂ ਕਰਨੀਆਂ, ਵਾਸ਼ਨਾ ਕਰਕੇ ਜਿਹੜਾ ਹੈ ਉਹ ਕਿਸੇ ਦੂਜੇ ਨੂੰ ਦੁੱਖ ਨਹੀਂ ਪਹੁੰਚਾਉਣਾ। ਇਨਸਾਨੀਅਤ ਇਹੋ ਹੀ ਤੇ ਹੈ ਨਾ। ਪਰ ਧਰਮ ਹੀ ਇੱਕ ਅਜਿਹਾ ਰਾਹ ਹੈ ਜਿਹਦੇ ਤੇ ਇਹ ਧਾਰਨ ਕੀਤੀ ਜਾ ਸਕਦੀ ਹੈ, ਕਿਉਂਕਿ ਗੁਰੂ ਨੇ ਹੀ ਸਿਖਾਉਣਾ ਹੈ ਕਿ ਅੰਦਰੋਂ ਗੁਣ ਕਿਵੇਂ ਪ੍ਰਗਟ ਹੁੰਦੇ ਨੇ। ਆ ਕਈ ਵਾਰਾਂ ਬੱਚਿਆਂ ਕੋ ਬੈਠੇ ਹੋਏ ਤੇ ਬੱਚਿਆਂ ਨੂੰ ਇਹ ਸਮਝਾਈਦਾ ਹੈ ਕਿ ਪੁੱਤ ਤੂੰ ਕਿੰਨਵੀਂ ਕਲਾਸ ਚੋਂ ਪਾਸ ਹੋ ਗਿਆ, ਤੇ ਕਹਿ ਦਿੰਦੇ ਖਾਲਸਾ ਜੀ 8ਵੀਂ ਚੋਂ, 9ਵੀਂ ਚੋਂ, 10ਵੀਂ ਚੋਂ। ਤੇ ਅਸੀਂ ਫਿਰ ਪੁੱਛ ਲੈਨੇ ਕਿ ਤੇਰੇ ਚੋਂ ਕਿੰਨੇ ਨੰਬਰ ਆਏ, ਤੇ ਕਹਿੰਦੇ ਇੰਨੇ ਆਏ। ਤੇ ਅਸੀਂ ਪੁੱਛ ਲੈਨੇ ਜੀਵਨ ਦੀ ਜਿਹੜੀ ਕਲਾਸ ਹੈ ਉਹਦੇ ਵਿੱਚ ਵੀ ਇਸ ਸਾਲ ਕੋਈ ਤਰੱਕੀ ਕੀਤੀ, ਕੋਈ ਔਗਣ ਹੈ ਜਿਹੜਾ ਇਸ ਸਾਲ ਤੂੰ ਛੱਡ ਦਿੱਤਾ, ਕੋਈ ਅਜਿਹਾ ਪਿਆਰੇ ਦਾ ਗੁਣ ਹੈ ਜਿਹੜਾ ਤੂੰ ਇਸ ਸਾਲ ਧਾਰਨ ਕਰ ਲਿਆ, ਆਪਣੀ ਖਾਲਸਾ ਯਾਤਰਾ ਵੱਲ ਨੂੰ ਵਧਿਆ ਨਹੀਂ ਵਧਿਆ। ਇਹ ਜਿਹੜਾ ਇਹ ਬੇਅੰਤ ਜਿਨ੍ਹਾਂ ਨੇ ਸਤਿਗੁਰੂ ਦੇ ਦੀਦਾਰ ਕੀਤੇ ਨੇ, ਗਹਿਰੇ 'ਚ ਉਤਰ ਕੇ ਸਤਿਗੁਰੂ ਨਾਲ ਇਸ਼ਕ ਕੀਤਾ ਹੈ, ਉਹਨਾਂ ਸਭਨਾਂ ਨੇ ਗੁਰੂ ਪਿਤਾ ਅੱਗੇ ਸੀਸ ਝੁਕਾਇਆ ਹੈ। ਬਿਲਕੁਲ, ਬਿਲਕੁਲ। ਸਵਾਲ ਤਾਂ ਬਹੁਤ ਸਾਰੇ ਮਨ ਵਿੱਚ ਉੱਭਰ ਰਹੇ ਨੇ ਜੋ ਤੁਹਾਨੂੰ ਅਸੀਂ ਪੁੱਛੀਏ, ਪਰ ਸਮਾਂ ਤੁਹਾਨੂੰ ਇਜਾਜ਼ਤ ਨਹੀਂ ਦੇ ਰਿਹਾ। ਪਰ ਜਾਂਦੇ-ਜਾਂਦੇ ਇੱਕ ਆਖਰੀ ਸਵਾਲ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਕਿਉਂਕਿ ਜਦੋਂ ਅਸੀਂ ਕਠੋਰ ਸਵਾਲ ਪੁੱਛਦੇ, ਮੈਂ ਕਈਆਂ ਤੋਂ ਕਠੋਰ ਸਵਾਲ ਪੁੱਛੇ ਆਪਣੇ ਇਸ ਨਜ਼ਰੀਆ ਪ੍ਰੋਗਰਾਮ ਦੇ ਜ਼ਰੀਏ, ਪਰ ਉਹਨਾਂ ਵਿੱਚ ਕਿਤੇ ਨਾ ਕਿਤੇ ਫਿਰ ਉਹ ਸਵਾਲ ਟੁੰਬ ਵੀ ਜਾਂਦਾ ਕਿਤੇ ਨਾ ਕਿਤੇ, ਔਰ ਕਿਤੇ ਨਾ ਕਿਤੇ ਗੁੱਸੇ ਦੀ ਜਿਹੜੀ ਭਾਵਨਾ ਉਹ ਵੀ ਆ ਜਾਂਦੀ ਹੈ ਕਿ ਭੁਲੰਦਰ ਸਿੰਘ ਨੇ ਇਹ ਸਵਾਲ ਕਿਉਂ ਪੁੱਛ ਲਿਆ। ਪਰ ਜਦੋਂ ਮੈਂ ਤੁਹਾਨੂੰ ਇਹ ਸਵਾਲ ਪੁੱਛੇ ਨੇ ਬੜੀ ਸਰਲਤਾ ਨਾਲ, ਬੜੇ ਕੋਮਲ ਅਲਫਾਜ਼ਾਂ ਨਾਲ, ਔਰ ਨਾ ਹੀ ਕਿਸੇ ਦਾ ਨਾਮ ਲਏ ਬਗੈਰ, ਨਾ ਹੀ ਸਿਆਸਤ ਦਾ ਇਸਤੇਮਾਲ ਕੀਤੇ ਬਗੈਰ ਇਹ ਤੁਸੀਂ ਜਵਾਬ ਜਿਹੜੇ ਦਿੱਤੇ ਨੇ ਬੜੇ ਹੀ ਵਧੀਆ ਢੰਗ ਨਾਲ ਦਿੱਤੇ ਨੇ। ਇਸ ਦਾ ਮੈਨੂੰ ਦੱਸ ਸਕਦੇ ਹੋ ਕਿ ਆਖਰ ਇਹ ਕਿਵੇਂ ਹੋ ਪਾ ਰਿਹਾ ਹੈ? ਅਸੀਂ ਕੁਝ ਦੇ ਹੀ ਨਹੀਂ ਰਹੇ ਆਪ ਜੀ। ਇਹ ਸਭ ਉਸਦੀ ਇੱਕ ਖੇਡ, ਉਸਦਾ ਇੱਕ ਰੰਗ ਹੈ। ਇਸ ਕਰਕੇ ਆਪ ਜੀ ਦੇਖੋਗੇ ਕਿਤੇ ਵੀ ਸ਼ਬਦ ਆਏਗਾ ਨਾ ਤੇ ਇੱਕ ਖਾਲਸਾ ਜੀ ਆਏਗਾ। ਅਸੀਂ ਜੀਆਂ ਨੂੰ, ਗੁਰਸਿੱਖਾਂ ਨੂੰ ਇਹ ਸਰੀਰ ਦਾ ਨਾਮ ਵਰਤਣ ਤੱਕ ਲਈ ਮਨਾ ਕੀਤਾ ਹੈ ਕਿ ਜੋ ਹੈ ਉਸ ਖਾਲਸ ਪ੍ਰਭੂ ਦਾ ਹੈ ਤੇ ਉਸੇ ਦੀ ਬਾਤ ਹੈ। ਇਸ ਕਰਕੇ ਕਿਸੇ ਵੀ ਸਰੀਰ ਨੂੰ, ਕਿਸੇ ਵੀ ਨਾਮ ਨੂੰ ਤੁਸੀਂ ਵਿੱਚ ਨਾ ਲੈ ਕੇ ਆਏ। ਬਾਕੀ ਇਹ ਜਦੋਂ ਪਿਆਰੇ ਨਾਲ ਇਸ਼ਕ ਲੱਗ ਜਾਵੇ ਨਾ, ਉਹ ਝੋਲੀ ਇਸ਼ਕ ਦੇ ਨਾਲ ਭਰ ਦੇਵੇ ਤੇ ਫਿਰ ਜਿਹੜਾ ਹੈ ਉਹ ਇੱਕ ਰੰਗ ਇਹ ਵੱਖਰਾ ਹੁੰਦਾ। ਫਿਰ ਬੋਲਣਾ ਬੰਦਗੀ ਹੈ, ਗਾਉਣਾ ਬੰਦਗੀ ਹੈ, ਦੇਖਣਾ ਬੰਦਗੀ ਹੈ। ਇਹ ਹੋਈ ਤਾਂ ਪਾਉਂਦਾ ਹੈ ਅਖੀਰ ਬਾਤ ਤੇ ਆ ਕੇ ਇਸ਼ਕ ਤੇ ਮੁੱਕ ਜਾਣੀ।
ਅਖੀਰ ਬਾਤ ਜਿਹੜੀ ਹੈ, ਅਸੀਂ ਕੀ ਕਰਦੇ ਹਾਂ, ਅਸੀਂ ਧੋਖਾ ਕਰਦੇ ਹਾਂ। ਜਿਵੇਂ ਸਤਿਗੁਰੂ ਕਦੀ-ਕਦੀ ਕੁਝ ਪੰਗਤੀਆਂ ਜਿਹੜੀਆਂ ਨੇ ਨਾ ਉਹ ਦੇ ਦਿੰਦੇ ਇਸ਼ਕ ਦੀ ਵਿੱਚ। ਸਾਨੂੰ ਯਾਦ ਹੈ ਕਿ ਇੱਕ ਸੀ ਜਦੋਂ ਸਤਿਗੁਰੂ ਦੇ ਮਹਿਮਾ ਗਾਉਂਦੇ ਹੁੰਦੇ ਸੀ ਤੇ ਇੱਕ ਸਤਿਗੁਰੂ ਨੇ ਪੰਗਤੀਆਂ ਦਿੱਤੀਆਂ ਕਿ ਕਈ ਮੁੱਦਤੋਂ ਸੇ ਮੈਂ ਗਾ ਰਹਾ ਹੂੰ ਗੀਤ ਤੇਰੇ, आज भी तू गाने वाला बाकी है। आज सोचा कि हर शब्द हर भाषा तुम्हें भेंट करूं, पर हर शब्द में एक आकथन सी साखी है। आज चाहूं कि मौन रहूं कुछ बोलूं ना, पर रह भी ना सकूं तो इतना प्यारा साखी है। ਜਦੋਂ ਉਸ ਪਿਆਰੇ ਦੀ ਪ੍ਰੀਤ ਲੱਗ ਜਾਵੇ ਨਾ, ਫਿਰ ਸਭ ਕੁਝ क्या ਰੰਗ ਦਾ ਜੀਵਨ ਉਦੋਂ ਹੀ। बिल्कुल, क्या बात है। बहुत ही सरलता ਨਾਲ ਤੁਸੀਂ ਇਹ ਆਖਰੀ ਸਵਾਲ ਦਾ ਵੀ ਜਵਾਬ ਦਿੱਤਾ ਹੈ। ਸੋ ਬਹੁਤ-ਬਹੁਤ ਸ਼ੁਕਰੀਆ ਆਪਣਾ ਸਾਨੂੰ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਔਰ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਸਾਹਿਬ ਕੀ ਬਾਤ ਬਾਈ ਖਾਲਸਾ ਜੀ ਇਹ ਪ੍ਰੋਗਰਾਮ ਜਿਹੜਾ ਹੈ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਤੇ ਤੁਸੀਂ ਹਰ ਰੋਜ਼ ਸਵੇਰੇ ਹਰ ਰੋਜ਼ ਰਾਤ 9 ਵਜੇ ਵੇਖ ਸਕਦੇ ਹੋ ਪੈਸੀਫਿਕ ਟਾਈਮ ਦੇ ਮੁਤਾਬਕ, ਅਤੇ ਜੇਕਰ ਤੁਸੀਂ ਭਾਰਤ ਵਿੱਚ ਹੋ ਤਾਂ ਭਾਰਤ ਵਿੱਚ ਵੀ ਹਰ ਐਤਵਾਰ ਸਵੇਰੇ 10:05 ਤੇ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ ਹੈ। ਸਾਹਿਬ ਕੀ ਬਾਤ ਬਾਈ ਖਾਲਸਾ ਜੀ। ਖਾਲਸਾ ਜੀ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਸਾਡੇ ਇਸ ਪ੍ਰੋਗਰਾਮ ਨਜ਼ਰੀਆ ਵਿੱਚ ਚਾਰ ਚੰਨ ਲਗਾਉਣ ਦੇ ਲਈ। ਤੇ ਜੇਕਰ ਤੁਸੀਂ ਆਪਣੇ ਸਾਡੇ ਦਰਸ਼ਕ ਜਿਹੜੇ ਨੇ ਤੁਸੀਂ ਆਪਣੇ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ info@cktimetv.com। ਤੁਸੀਂ ਸਾਨੂੰ WhatsApp ਦੇ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ। ਸਾਡਾ WhatsApp ਨੰਬਰ ਹੈ +1 209 275 3038 ਅਤੇ ਮੇਰਾ Facebook ਪੇਜ ਹੈ @balender official। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਜ਼ਰੀਆ ਨਾਲ ਜੁੜਨ ਦੇ ਲਈ। ਧੰਨਵਾਦ।